ਦਾ ਟਾਈਮ ਹੋ ਗਿਆ ਕਾਫੀ। ਅਸੀਂ ਕਿਉਂ ਘੁੰਮ ਰਹੇ ਤੁਹਾਨੂੰ ਦੱਸਦਾ ਅੱਜ ਇਸ ਵੀਡੀਓ ਦੇ ਵਿੱਚ। ਹੁਣੀ ਚੜ ਗਏ ਹੰਡਾਈ ਤੇ ਭਾਈ ਜੀ ਸਾਰਾ ਸਮਾਨ ਹੋਇਆ ਲੋਡ। ਹੁਣ ਮੈਂ ਜਾ ਕਿੱਥੇ ਰਿਹਾ ਤੁਹਾਨੂੰ ਦੱਸਦਾ। ਤੇ 11:56 ਹੋ ਗਏ ਤੇ ਮੈਂ ਘੁੰਮਦਾ ਪਿਆ ਜੀ। ਹੋਇਆ ਕੁਛ ਇਸ ਤਰ੍ਹਾਂ ਭਾਈ ਜੀ, ਲਾਈਟ ਕਿਹੜੇ ਟਾਈਮ ਚਲੇਗੀ ਦੇਖਾਂ। ਗਲੀ ਦੇ ਵਿੱਚ ਹੋ ਗਿਆ ਹਨੇਰਾ। ਮੈਂ ਕਿਹਾ ਵਲੋਗ ਆਪਣਾ ਕਰਦੇ ਆ ਜੀ ਸ਼ੁਰੂ। ਅਸੀਂ ਮੱਲੇ ਦੇ ਵਿੱਚ ਮੈਂ ਕਿਹਾ ਵਲੋਗ ਬਣਾਉਂਦੇ ਆ ਜੀ। ਚੈੱਕ ਕਰੋ ਮੇਰੇ ਕੋਲ ਮਾਰ ਗਿਆ ਚਪੇੜਾ ਯਾਰ, ਪਤਾ ਹੀ ਨਹੀਂ ਲੱਗਿਆ ਹਨੇਰੇ ਦੇ ਵਿੱਚ ਮਾਰ ਗਿਆ ਯਾਰ। ਮੇਰਾ ਮੂੰਹ ਹੋ ਗਿਆ ਰੋਣੇ ਵਾਲਾ। ਇਹ ਠੀਕ 5 ਮਿੰਟ ਬਾਅਦ ਮੈਂ ਦੇਖਿਆ ਆਸਾ ਤੇ ਪਾਸਾ, ਲੇਕਿਨ ਕੋਈ ਹੈ ਹੀ ਨਹੀਂ ਸੀ। ਹਨੇਰੇ ਦੇ ਵਿੱਚ ਬੰਦੇ ਨੂੰ ਐਵੇਂ ਤਾਂ ਨਹੀਂ ਨਾ ਕਰਨਾ। ਕੋਈ ਬੰਦਾ ਵਲੋਗ ਵੀ ਸ਼ੂਟ ਕਰ ਰਿਹਾ ਹੁੰਦਾ, ਲੇਕਿਨ ਕੋਈ ਚਪੇੜਾ ਮਾਰ ਗਿਆ, ਹੱਦ ਹੋ ਗਈ ਯਾਰ। ਚਲੋ ਕੋਈ ਗੱਲ ਨਹੀਂ, ਮਰਜ਼ੀ ਹੈ ਭਾਈ ਜੀ ਨੇ ਮਾਰੀਆਂ, ਉਹਨੂੰ ਪਤਾ ਤਾਂ ਹੋਣਾ ਹੀ ਆ ਕੌਣ ਖੜਾ, ਭਾਵੇਂ ਦੋਸਤ ਹੋਵੇ ਕੋਈ ਪੰਨ ਲਾਇਆ ਹੋਵੇ, ਲੇਕਿਨ ਮਾਰੀਆਂ ਹੈ। ਜਿਹੜਾ ਵੀ ਵੀਡੀਓ ਦੇਖਦਾ ਨਾ, ਮਾਰੀਆਂ ਖਿੱਚ ਗਏ ਆ ਭਾਈ। ਆ ਧੋਣ ਤੇ ਪਈ ਬੜੀ ਖਿੱਚ ਗਏ। ਖੈਰ ਜਿਹਨੇ ਵੀ ਮਾਰੀਆਂ ਮੈਂ ਤਾਂ ਭਾਈ ਉਹਨੂੰ ਕਰਤਾ ਮਾਫ। ਮੈਂ ਪਹੁੰਚ ਗਿਆ ਫਿਰ ਜਲਦੀ ਨਮਾਜ਼ ਪੜਨ। ਟਾਈਮ ਹੋ ਗਿਆ ਸੀ ਨਮਾਜ਼ੇ ਇਸ਼ਾ। ਮਿੱਤਰੋ ਯਾਰਾਂ ਨੇ ਚੱਕ ਲੀਆਂ 2 ਲੈਟਾਂ ਤੇ ਚਲੇ ਗਏ ਭਾਈ ਜੀ ਗਿੱਦੜ ਦਾ ਸ਼ਿਕਾਰ ਕਰਨੇ ਵਾਸਤੇ। ਪਰਸੋਂ ਰਾਤੀ 2 ਵਜੇ ਪਾਣੀ ਲਾਇਆ ਤੇ ਗਿੱਦੜਾਂ ਨੇ ਮੇਰੇ ਤੇ ਕਰਤਾ ਹਮਲਾ। ਦੇ ਵਿੱਚ ਦੇਖਾਂ ਤੇ ਵੱਡੇ ਲੱਗੇ ਹੋਏ ਆ ਜੀ ਜਾਲੇ। ਆਪ ਹੀ ਦੇਖ ਲਓ ਤੁਸੀਂ ਵੀਡੀਓ ਦੇ ਵਿੱਚ। ਮਿੱਤਰੋ ਬਹੁਤ ਜ਼ਿਆਦਾ ਦੂਰ ਘੁੰਮ ਰਹੇ ਸੀ, 2-3 ਵਾਰੀ ਸਾਡੇ ਹੱਥੋਂ ਬਚ ਕੇ ਨਸ ਗਏ ਯਾਰ ਸਾਡੇ ਤੋਂ ਡਰ ਕੇ। ਰਾਤੀ 2 ਵਜੇ ਮੈਂ ਪਾਣੀ ਲਾ ਰਿਹਾ ਸੀ, ਗਿੱਦੜਾਂ ਨੇ ਭਾਈ ਜੀ ਨੱਕੇ ਤੋੜਤੇ ਤੇ ਨਾਲੇ ਮੇਰੇ ਤੇ ਕੀਤਾ ਹਮਲਾ। ਅੱਜ ਬਚ ਕੇ ਮੇਰੇ ਹੱਥੋਂ। ਚੈੱਕ ਕਰੋ ਜੀ, ਪਾਣੀ ਲਾਇਆ ਹੋਇਆ ਸੀ, ਸਾਰੀ ਫਸਲ ਨੂੰ ਮੇਰੇ ਭਰ ਗਏ ਪੈ। ਘੰਟਾ ਖੱਪ ਕੇ ਭਾਈ ਜੀ ਯਾਰ ਹੁਣੀ ਜਾ ਰਹੇ ਆ ਸੋਹਣੇ ਪਿੰਡ ਵਾਪਸ। ਲੈਟਾਂ ਮਾਰਦੇ ਪਏ ਆ। ਮੈਂ ਕਿਹਾ ਕੀ ਪਤਾ ਗਿੱਦੜ ਨਜ਼ਰ ਹੀ ਆ ਜਾਵੇ। ਘੰਟੇ ਦੇ ਵਿੱਚ 1 ਕਿ 2 ਵਾਰੀ ਆਏ ਆ ਭਾਈ ਜੀ, ਉਹ ਨਜ਼ਰ ਪਾਈ ਫਿਰ ਜਾਨੂੰ ਆਣਾ ਪਿਆ ਵਾਪਸ। ਓਏ ਉਹ ਅੱਗੇ ਓਏ ਆਇਆ ਬੋਲ ਇਹਦਾ ਖੋਤਾ ਆ ਸਮਝਿਆ ਮਿੱਤਰੋ। ਗਿੱਦੜ ਨਸ ਕੇ ਆ ਗਿਆ ਸੜਕ ਤੇ, ਲੇਕਿਨ ਭਾਈ ਉਹ ਤਾਂ ਖੋਤਾ ਨਿਕਲਿਆ। ਫਿਰ ਯਾਰ ਹੁਣੀ ਜਿਵੇਂ ਪਿੰਡ ਵਾਪਸ ਆਏ, ਇੱਕ ਦੁਕਾਨ ਦੇ ਵਿੱਚੋਂ ਚੱਕਿਆ ਜਾ ਰਿਹਾ ਸੀ ਸਮਾਨ। ਹੈ ਸੀ ਉਮੈਰ ਭਾਈ ਦੀ। ਮੈਂ ਕਿਹਾ ਉਮੈਰ ਭਾਈ ਕਿੱਧਰ ਦੀਆਂ ਚੜਾਈਆਂ? ਕਹਿੰਦਾ ਯਾਰ ਸਾਰਾ ਸਮਾਨ ਲੈ ਕੇ ਚੱਲਾਂ ਘਰ। ਹੁਣ ਮੈਂ ਚੱਲਾਂ ਭਾਈ ਜੀ ਬਾਹਰ ਲੈ ਹੋ ਗਿਆ ਭਾਈ ਜੀ। ਉਮੈਰ ਭਾਈ ਦਾ ਹੁਣ ਸਮਾਨ ਲਵਾਣੇ ਵਾਸਤੇ ਜਾਂਦਾ ਪਿਆ ਜੀ ਉਹਦੇ ਘਰ। ਭਾਈ ਜੀ ਕਾਫੀ ਸੀ ਸਾਰਾ ਸਮਾਨ ਸਮੂਨ ਲਵਾ ਕੇ ਯਾਰ ਹੁਣੀ ਆ ਰਹੇ ਆ ਵਾਪਸ। ਗਰਮੀ ਬਹੁਤ ਜ਼ਿਆਦਾ ਲੱਗਦੀ। ਟਾਈਮ ਵੀ ਭਾਈ ਜੀ ਕਾਫੀ ਹੋ ਗਿਆ ਸੀ, 11:56 ਹੋ ਗਏ। ਮਹੱਲੇ ਦੇਖਾਂ ਸਾਰੇ ਸੁੰਨਮਸਾਨ ਹੋਏ ਆ। ਯਾਰ ਹੁਣੀ ਪਹੁੰਚ ਗਿਆ ਨਦੀਮ ਬਰਗਰ ਯਾਰ। ਮੈਂ ਕਿਹਾ ਘਰ ਜਾ ਕੇ ਤਾਂ ਰੋਟੀ ਲੱਭਣੀ ਨਹੀਂ ਹੈ, ਇਸ ਕਰਕੇ ਭਾਈ ਉਰੋਂ ਹੀ ਸ਼ਵਾਰਮਾ ਜਾਂ 버ਗਰ ਖਾ ਲਿਆ ਭਾਈ ਜੀ। ਸ਼ਵਾਰਮਾ ਹੁਣ ਨੀਂਦ ਬਹੁਤ ਜ਼ਿਆਦਾ ਆਈ ਆ। ਮੈਂ ਕਿਹਾ ਜਲਦੀ ਘਰ ਜਾ ਕੇ ਏਸੀ ਚਲਾ ਕੇ ਪੰਜੀ ਤੇ ਸਿਰਫ ਹੁਣ ਸੋਨੇ ਜਾ ਕੇ ਚਲਾਇਆ ਪੰਜੀ ਤੇ ਏਸੀ। ਹੁਣ ਲੱਗੇ ਆ ਸੌਣ। ਓਕੇ ਜੀ ਗੁੱਡ ਨਾਈਟ। ਹੁਣ ਸਵੇਰ ਨੂੰ ਮਿਲਾਂਗੇ ਜੀ। ਸਵੇਰ ਦੇ ਕੰਮ ਕੁਮ ਨਿਬੇੜ ਕੇ ਟਾਈਮ ਹੋ ਗਿਆ ਸੀ ਨਮਾਜ਼ੇ ਜ਼ੋਹਰ ਦਾ। ਯਾਰਾਂ ਨੇ ਪੜੀ ਨਮਾਜ਼ੇ ਜ਼ੋਹਰ, ਫੇਰ ਲੱਗ ਗਈ ਸੀ ਇੱਕ ਵਾਰੀ। ਪਹੁੰਚੇ ਮਾਂ ਦੇ ਹੱਥਾਂ ਦੇ ਗਰਮਾ ਗਰਮ ਚਾਵਲ, ਉੱਤੇ ਪਾਈ ਹੋਈ ਭਾਈ ਜੀ ਦਾਲ ਤੇ ਰਾਇਤਾ ਪਾਇਆ ਹੋਇਆ। ਅੱਜ ਤਾਂ ਮੈਨੂੰ ਕਾਫੀ ਸਪਾਈਸੀ ਲੱਗ ਰਿਹਾ ਚਾਵਲ। ਅੱਜ ਤਾਂ ਚਾਵਲ ਵਾਲੀ ਅਖੀਰ ਹੋ ਗਈ। ਜਿਹੜਾ ਦਾਲ ਦੇ ਉੱਤੇ ਰਾਇਤਾ ਪਾਇਆ, ਬੜਾ ਸਪਾਈਸੀ ਰਾਇਤਾ ਬਣਿਆ ਹੋਇਆ ਸੀ। ਖਾ ਕੇ ਸਵਾਦ ਸਾਰਾ ਹੀ। ਬੰਦੇ ਨੂੰ ਜਦੋਂ ਭੁੱਖ ਲੱਗਦੀ ਆ ਅਚਾਰ ਦੇ ਨਾਲ ਵੀ ਰੋਟੀ ਬਹੁਤ ਲੱਗਦੀ ਆ ਜ਼ਿਆਦਾ ਸਵਾਦ। ਤੇ ਅਨਸ ਭਾਈ ਕੀ ਹੋਇਆ ਖੜੇ ਆ ਉਰੇ? ਕੀ ਆ 100 ਕਿਲੋ ਦੀ ਲੱਕੜ ਹੈ ਚਾਚੂ ਰਿਆਜ਼ ਨੇ ਚੱਕਣੀ ਹੈ। ਅੱਛਾ ਤੇ ਮੋਢੇ ਤੇ ਚੱਕ ਕੇ ਲੈ ਜਾਣੀ ਟਾਲੀ। ਅੱਛਾ ਟਾਲੀ, ਆ ਟਾਲੀ ਲੈ ਕੇ ਜਾਣੀ ਹੈ ਤੇ ਵਾਪਸ ਮੋਢੇ ਤੇ ਰੱਖ ਕੇ। ਹਾਂਜੀ 100 ਕਿਲੋ ਵਜ਼ਨ ਦਾ ਪੂਰਾ। ਉਹ ਤੇਰੀ ਖੜੀ ਕਰਾਓ ਵੇ। ਚਲੋ ਜੀ ਖੜੀ ਕਰਾ ਦੋ। ਚੱਲ ਓਏ ਸੰਸਲਾ ਦੇ ਲੈਣੀ ਹੈ ਛੱਡ ਦੇ ਅਸੀਂ। 2 ਯੰਗਸਟਰ ਮੁੰਡਿਆਂ ਦੀ ਲੱਗੀ ਸੀ ਬੋਤਲ ਦਾ ਚੈਲੰਜ। ਉਹਨਾਂ ਨੇ ਚੈਲੰਜ ਕੈਨਸਲ ਕਰਤਾ, ਕਹਿੰਦੇ 60 ਪੇੜ ਨਾ ਲੱਗਦੇ। ਉਸ ਤੋਂ ਬਾਅਦ ਮੈਨੂੰ ਦਿਓ ਇਜਾਜ਼ਤ। ਆਪਣਾ ਖਿਆਲ ਰੱਖਿਓ, ਨਮਾਜ਼ ਕਾਇਮ ਕਰਿਓ। ਪਾਕਿਸਤਾਨ ਜ਼ਿੰਦਾਬਾਦ।